नानक दे कर हाथ संतन के रखवारिया और भगतन के प्रतिपाल। अब लीजो खबर इस दास की सतगुर उदय सिंह दीन दयाल। हाँ जी गरीबी गदा हमारी जी गरीबी गदा हमारी गरीबी गदा हमारी गरीबी गदा सगल रेन छारी जितिस आगे को ना टिकै बिकारी जी गरीबी गदा हमारी गरीबी गदा हमारी जी गरीबी गदा उपस्थित सत्संगियों सब रसना पवित्र करो गज के आखो धन श्री सतगुरु नानक देव सच्चे पातशाह। श्री सतगुरु नानक देव सच्चे। एक बार फिर रसना पवित्र करो ते सब गज के आखो धन श्री सतगुरु उदय सिंह सच्चे पातशाह। संसार मंडल ते जीवन नू श्रेष्ठ करने वास्ते जीवन नू उच्च करने वास्ते जीवन ਨੂੰ ਪਰਮਾਰਥੀ ਬਣਾਉਣ ਵਾਸਤੇ ਅਨੇਕ ਸਾਧਨ ਅਨੇਕ ਯਤਨ ਕੀਤੇ ਜਾਂਦੇ ਨੇ।
ਵਿਦਿਆ ਪ੍ਰਾਪਤ ਕਰਨ ਵਾਸਤੇ ਅਨੇਕ ਖੇਤਰਾਂ ਵਿੱਚ ਅਸੀਂ ਆਪਣੇ ਆਪਣੇ ਬੱਚਿਆਂ ਨੂੰ ਵਿਦਿਆ ਦੇ ਕੇਂਦਰਾਂ ਵਿੱਚ ਪਹੁੰਚਾਉਂਦੇ ਆ। ਉੱਥੋਂ ਉਹਨਾਂ ਨੂੰ ਸੰਸਾਰ ਦੀ ਵਿਦਿਆ ਪ੍ਰਾਪਤ ਹੁੰਦੀ ਹੈ। ਜਿਹੜੀ ਧਰਮ ਦੀ ਵਿਦਿਆ ਪ੍ਰਾਪਤ ਹੁੰਦੀ ਹੈ ਉਹ ਹੁੰਦੀ ਹੈ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਧਰਮ ਦੀ ਵਿਦਿਆ ਪ੍ਰਾਪਤ ਹੁੰਦੀ ਹੈ। ਵਿਦਿਆ ਪ੍ਰਾਪਤ ਕਰਨ ਵਾਸਤੇ ਅਨੇਕਾਂ ਗ੍ਰੰਥ ਨੇ, ਪਰ ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਇਨਸਾਨ ਅਹਮ ਆ ਜਾਂਦਾ ਹੈ, ਹੰਕਾਰੀ ਹੋ ਜਾਂਦਾ ਹੈ। ਜੇ ਆਪਣੇ ਬੁੱਧੀ ਦੇ ਮੁਤਾਬਕ ਉਹਨਾਂ ਗ੍ਰੰਥਾਂ ਦਾ ਚਯਨ ਕਰਕੇ ਆਪਣੇ ਆਪ ਪੜ੍ਹਨਾ ਸ਼ੁਰੂ ਕਰ ਦੇਵੇ, ਦੇਹਧਾਰੀ ਸਤਿਗੁਰੂ ਦੇ ਲਾੜੀ ਨਾ ਲੱਗੇ। ਜਦੋਂ ਉਹ ਇਨਸਾਨ ਦੇਹਧਾਰੀ ਸਤਿਗੁਰੂ ਦੀ ਸ਼ਰਨਾਗਤ ਵਿੱਚ ਆ ਜਾਂਦਾ ਹੈ, ਗੁਰੂ ਦੀ ਸ਼ਰਨਾਗਤ ਹੋ ਕੇ ਗੁਰੂ ਦਾ ਦਿੱਤਾ ਹੋਇਆ ਸਦ ਉਪਦੇਸ਼ ਉਸ ਦਾ ਜਦੋਂ ਧਾਰਨੀ ਬਣਦਾ ਹੈ ਤੇ ਧਾਰਨੀ ਬਣ ਕੇ ਉਸ ਨਾਮ ਦਾ ਜਪ ਕਰਦਾ ਹੈ ਤੇ ਫਿਰ ਸਤਿਗੁਰੂ ਜੀ ਉਸ ਤੇ ਕਿਰਪਾ ਕਰਦੇ ਨੇ। ਫਿਰ ਜਦੋਂ ਵੀ ਜਿਹੜਾ ਵੀ ਕੋਈ ਵੀ ਸੰਸਾਰ 'ਚ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਗੁਰਬਾਣੀ ਭਾਵ ਜਿਤਨੇ ਵੀ ਗੁਰਬਾਣੀ ਜਿਤਨੀ ਵੀ ਹੈ ਸੰਸਾਰ ਮੰਡਲ ਤੇ ਧਰਮ ਨੀਤੀ ਜਿਤਨੀ ਵੀ ਹੈ ਧਾਰਮਿਕ ਗ੍ਰੰਥ ਜਿਤਨੇ ਵੀ ਨੇ, ਜਦੋਂ ਗੁਰੂ ਦੀ ਸ਼ਰਨਾਗਤ ਹੋ ਕੇ ਸਿੱਖ ਪੜ੍ਹਦਾ ਹੈ ਤੇ ਉਹਦੀ ਬੁੱਧੀ ਸ਼੍ਰੇਸ਼ਟ ਹੋ ਜਾਂਦੀ ਹੈ। ਗੁਰੂ ਨੂੰ ਲਾਂਭੇ ਕਰਕੇ ਗੁਰੂ ਨੂੰ ਛੱਡ ਕੇ ਇਹ ਵਿਦਿਆ ਦੇ ਸਰੋਤ ਨੂੰ ਪੜ੍ਹਦਾ ਤੇ ਉਸ ਵਿਦਿਆ ਦੇ ਨਾਲ ਉਹਨੂੰ ਉਦਾਂ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਗਿਆਨ ਦੀ ਅਸਲੀ ਪ੍ਰਾਪਤੀ ਤਾਂ ਹੋਵੇਗੀ ਜੇ ਗੁਰੂ ਦੀ ਸ਼ਰਨਾਗਤ ਹੋਏਗਾ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਜਿਤਨੇ ਵੀ ਅੱਖਰ ਨੇ ਨਾ, ਉਹਨਾਂ ਦੇ ਵੱਖ-ਵੱਖ ਥਾਂ ਤੇ ਅਲੱਗ-ਅਲੱਗ ਅਰਥ ਨੇ। ਇੱਥੇ ਭਾਵ ਹੈ ਗਰੀਬੀ, ਨਿਮਰਤਾ। ਸੰਸਾਰ ਮੰਡਲ ਵਿੱਚ ਜਿਹੜੀ ਗਰੀਬੀ ਹੁੰਦੀ ਹੈ ਨਾ, ਉਹ ਹੁੰਦੀ ਹੈ ਪੈਸੇ ਤੋਂ ਜਿਹੜਾ ਕਮਜ਼ੋਰ ਹੋਵੇ ਨਾ ਉਸ ਨੂੰ ਆਖ ਲਿਆ ਜਾਂਦਾ ਵੀ ਇਹ ਅੱਤ ਦਾ ਗਰੀਬ ਹੈ। ਪਰ ਪਰਮਾਰਥ ਵਿੱਚ ਇਸ ਗਰੀਬੀ ਦਾ ਅਰਥ ਹੈ ਨਿਮਰਤਾ, ਨਿਵਾਣਤਾ, ਭਾਵ ਝੁਕ ਕੇ ਚੱਲਣ ਵਾਲਾ। ਮੈਂ ਇੱਕ ਅਰਜ਼ ਕਰਾਂ, ਕਈ ਵਾਰ ਕਈ ਅੱਖਰਾਂ, ਇੱਕ ਅੱਖਰ ਹੁੰਦਾ ਹੈ ਉਹਦੇ ਕਈ ਅਰਥ ਹੁੰਦੇ ਨੇ। ਮੇਰੇ ਵਿਦਿਆ ਗੁਰੂ ਜਥੇਦਾਰ ਸੇਵਾ ਸਿੰਘ ਜੀ ਦੱਸਦੇ ਹੁੰਦੇ ਸਨ, ਆਂਦੇ ਨੇ ਹਰ ਬੋਲਿਓ ਹਰ ਸੁਣਿਓ ਹਰ ਗਿਓ ਹਰ ਕੈ ਪਾਸ, ਜਬ ਹਰ ਹਰ ਮੈਂ ਮਿਲ ਗਿਓ ਹਰ ਉੱਠ ਚਲਿਓ ਨਿਰਾਸ। ਇੱਥੇ ਹਰੇਕ ਹਰ ਦਾ ਅਰਥ ਵੱਖਰਾ ਵੱਖਰਾ ਹੈ। ਹਰ ਬੋਲਿਓ ਆਂਦੇ ਨੇ ਬੱਦਲ ਗਰਜਿਆ, ਬੱਦਲ ਦਾ ਨਾਮ ਹਰ ਹੈ। ਬੱਦਲ ਦੀ ਗਰਜਨਾ ਹੋਈ। ਹਰ ਸੁਣਿਓ, ਉਹ ਕੰਪਨ ਹੋਇਆ ਨਾ, ਜਦੋਂ ਬੱਦਲ ਦੀ ਗਰਜਨਾ ਹੁੰਦੀ ਹੈ ਤੇ ਕੰਪਨ ਹੁੰਦਾ ਹੈ। ਕੰਪਨ ਹੋਈ ਤੇ ਹੋਇਆ ਕਿ ਸਰਪ ਦੇ ਕੰਨ ਨਹੀਂ ਹੁੰਦੇ, ਇਹਨੂੰ ਕੰਪਨ ਗਤੀ ਦੇ ਨਾਲ ਅਨੁਭਵ ਹੋ ਗਿਆ ਕਿ ਮੀਂਹ ਪੈਣ ਵਾਲਾ ਹੈ, ਆਪਣੀ ਬਿਲ ਵਿੱਚੋਂ ਬਾਹਰ ਨਿਕਲ ਆਇਆ। ਤੇ ਹੋਇਆ ਕਿ ਜਿਤਨੇ ਇਹ ਮੈਂਡਕ ਸਨ ਇਹ ਟਰ ਟਰ ਕਰਨ ਲੱਗੇ। ਮੈਂਡਕਾਂ ਦਾ ਨਾਮ ਵੀ ਹਰ ਹੈ। ਹਰ ਬੋਲਿਓ ਹਰ ਸੁਣਿਓ ਹਰ ਗਿਓ ਹਰ ਕੈ ਪਾਸ। ਸਰਪ ਆਇਆ ਗਰਾਹ ਬਣਾਉਣ ਵਾਸਤੇ ਮੈਂਡਕ ਨੂੰ, ਜਿਉਂ ਲੱਗਾ ਅੱਗੇ ਵਧਣ ਵਾਸਤੇ। ਮੈਂਡਕ ਨੂੰ ਗਿਆਨ ਹੋ ਗਿਆ ਕਿ ਮੈਂ ਇਹਦਾ ਆਹਾਰ ਬਣ ਜਾਵਾਂਗਾ। ਨੇੜੇ ਨਦੀ ਦਾ ਸਰੋਤ ਸੀ, ਜਲ ਦੀ ਧਾਰਾ ਵਗਦੀ ਸੀ ਤੇ ਜਲ ਦਾ ਨਾਮ ਵੀ ਹਰ ਹੈ। ਆਂਦੇ ਹਰ ਹਰ ਮੈਂ ਮਿਲ ਗਿਓ। ਮੈਂਡਕ ਨੇ ਛਲਾਂਗ ਮਾਰੀ ਬੜੀ ਜ਼ੋਰ ਦੀ, ਉਹ ਡੱਡੂ ਨੇ ਛਾਲ ਮਾਰੀ ਤੇ ਪਾਣੀ ਵਿੱਚ ਮਿਲ ਗਿਆ। ਹਰ ਹਰ ਮੈਂ ਮਿਲ ਗਿਓ ਹਰ ਉੱਠ ਚੱਲਿਓ ਨਿਰਾਸ। ਇਸੇ ਪ੍ਰਕਾਰ ਇੱਥੇ ਗਰੀਬੀ ਦਾ ਭਾਵ ਹੈ ਨਿਮਰਤਾ, ਨਿਵਾਣਤਾ। ਤੇ ਜਿਹਦੇ ਅੰਦਰ ਨਿਵਾਣਤਾ ਆ ਗਈ ਤੇ ਉਹ ਫਿਰ ਗੁਰੂ ਦੇ ਦਰਬਾਰ ਵਿੱਚੋਂ ਸਭ ਕੁਝ ਲੈ ਕੇ ਚਲੇ ਜਾਂਦਾ ਹੈ। ਸੰਸਾਰ ਮੰਡਲ ਦੇ ਰਸ ਕਸ ਪਦਾਰਥ, ਅਸ਼ਟ ਸਿੱਧੀ ਤੇ ਨਵਨਿਧੀ, ਇਹ ਪਿੱਛੇ ਲੱਗੀਆਂ ਫਿਰਦੀਆਂ ਨੇ ਗੁਰੂ ਕੇ ਸਿੱਖਾਂ ਦੇ ਕਿ ਸਾਡੇ ਤੇ ਕੋਈ ਕੰਮ ਲਾ ਲੈ, ਸਾਡੇ ਤੋਂ ਕੋਈ ਕਾਰਜ ਸਿੱਧ ਕਰਾ ਲੈ, ਕਿਸੇ ਦਾ ਭਲਾ ਕਰ ਦੇ। ਇਹ ਗੁਰੂ ਕੇ ਸਿੱਖਾਂ ਦੇ ਪਿੱਛੇ, ਪੈਰਾਂ ਦੇ ਪਿੱਛੇ ਫਿਰਦੀਆਂ ਨੇ ਅਸ਼ਟ ਸਿੱਧੀ ਤੇ ਨਵਨਿਧੀ। ਇੱਕ ਥਾਂ ਤੇ ਇੱਕ ਬੁੱਲੇ ਸ਼ਾਹ ਨੇ ਇੱਕ ਕਵਿਤ ਲਿਖਿਆ, ਆਂਦੇ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤੇ ਮਿਲਦਾ ਡੱਡਾਂ ਮੱਛੀਆਂ। ਜੇ ਰੱਬ ਮਿਲਦਾ ਜੰਗਲ ਗਿਆ ਤੇ ਮਿਲਦਾ ਗਊਆਂ ਵੱਛੀਆਂ। ਤੇ ਜੇ ਰੱਬ ਮਿਲਦਾ, ਉਹ ਜੇ ਰੱਬ ਮਿਲਦਾ ਸਾਂਝ ਸਵੇਰੇ ਤੇ ਮਿਲਦਾ ਚਾਮ ਚੜਕੀਆਂ। ਤੇ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ
ਵੇ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਤੁਲਸੀਦਾਸ ਜੀ ਰਮਾਇਣ ਵਿੱਚ ਲਿਖਦੇ ਨੇ, ਨਿਰਮਲ ਜਨ ਮਨ ਸੋਈ ਮੋਹਿ ਭਾਵਾ, ਮੋਹਿ ਛਲ ਛਿਦਰ ਕਪਟ ਨਹੀਂ ਭਾਵਾ। ਆਂਦੇ ਪ੍ਰਭੂ ਨੂੰ ਕੌਣ ਪਸੰਦ ਹੁੰਦਾ ਹੈ? ਪ੍ਰਭੂ ਦੀ ਦਰਗਾਹ ਦੇ ਵਿੱਚ, ਗੁਰੂ ਦੇ ਦਰਬਾਰ ਵਿੱਚ ਕਿਹਦੀ ਸਵੀਕ੍ਰਿਤੀ ਹੈ? ਕਿਹਦਾ ਕੀਤਾ ਹੋਇਆ ਨਾਮ ਜਪ, ਕਿਹਦੀ ਪੜੀ ਹੋਈ ਬਾਣੀ ਸਵੀਕ੍ਰਿਤ ਹੁੰਦੀ ਹੈ? ਆਂਦੇ ਜਿਹੜਾ ਨਿਰਮਲ ਮਨ ਦੇ ਨਾਲ ਪੜਦਾ ਹੈ। ਗੁਰਬਾਣੀ 'ਚ ਇੱਕ ਥਾਂ ਪਾਠ ਆਇਆ ਹੈ, ਸੇਵਾ ਕਰਤ ਹੋਏ ਨਾ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮਤਾ ਦੇ ਨਾਲ ਜਦੋਂ ਕੋਈ ਸੇਵਾ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਆਪਣੇ ਪ੍ਰਭੂ ਪਿਆਰੇ ਦੀ ਪ੍ਰਾਪਤੀ ਕਰ ਜਾਂਦਾ ਹੈ। ਤੇ ਇੱਕ ਮਹਾਤਮਾ ਜਨ ਆਂਦੇ ਨੇ, ਸਮਝਾਣਾ ਕਰਦੇ ਨੇ ਸੰਸਾਰ ਦੇ ਲੋਕਾਂ ਨੂੰ, ਤੇ ਆਂਦੇ ਕੀ ਨੇ? ਉਹ ਜੀ ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, 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 ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ। ਆਂਦੇ ਜੇ ਨੀਵਾਂ ਹੋ ਕੇ ਨਹੀਂ ਚੱਲੇਗਾ, ਆਪਣੀ ਮੈਂ ਮੇਰੀ ਦੀ ਮੱਧ ਵਿੱਚ ਫਿਰੇਗਾ, ਆਪਣੀ ਮੈਂ ਮੇਰੀ ਦੇ ਅਭਿਮਾਨ ਵਿੱਚ ਰਹੇਗਾ, ਤਾਂ ਕੀ ਹੋਵੇਗਾ? ਉਹ ਜੀ ਬੱਕਰਾ ਹਰਦਮ ਮੈਂ ਕਰਦਾ, ਬੱਕਰਾ ਹਰਦਮ ਉਹ ਮੈਂ ਕਰਦਾ, ਬੱਕਰਾ ਹਰਦਮ ਮੈਂ ਕਰਦਾ, ਬੱਕਰਾ ਹਰਦਮ ਮੈਂ ਕਰਦਾ। ਕਦੇ ਨਾ ਨੀਵਾਂ ਬਣ ਕੇ ਚੱਲਦਾ, ਕਦੇ ਨਾ ਨੀਵਾਂ ਬਣ ਕੇ ਚੱਲਦਾ, ਕਦੇ ਨਾ ਨੀਵਾਂ ਬਣ ਕੇ ਚੱਲਦਾ, ਕਦੇ ਨਾ ਨੀਵਾਂ ਬਣ ਕੇ ਚੱਲਦਾ। ਵੇ ਤਾਈਓ ਉਤਰੀ ਖਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਵੇ ਨੀਵਿਆਂ ਨੂੰ ਰੱਬ ਮਿਲਦਾ, ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ। ਨੀਵਾਂ ਹੋ ਕੇ ਚੱਲ, ਨੀਵਿਆਂ ਨੂੰ ਰੱਬ ਮਿਲਦਾ। ਤੇ ਜਿਹੜਾ ਨੀਵਾਂ ਹੋ ਕੇ ਚੱਲਦਾ, ਉਹਦੇ ਨਾਲ ਹੁੰਦਾ ਕੀ ਹੈ? ਤੇ ਮਹਾਤਮਾ ਕੀ ਆਂਦੇ ਨੇ? ਉਹ ਜੀ ਨੀਵੀਂ ਮੀਰਾ, ਉਹ ਜੀ ਭਜੇ ਗੋਪਾਲਾ, ਨੀਵੀਂ ਮੀਰਾ, ਉਹ ਭਜੇ ਗੋਪਾਲਾ, ਨੀਵੀਂ ਮੀਰਾ, ਭਜੇ ਗੋਪਾਲਾ, ਨੀਵੀਂ ਮੀਰਾ, ਭਜੇ ਗੋਪਾਲਾ, ਨੀਵੀਂ ਮੀਰਾ ਭਜੇ ਗੋਪਾਲਾ, ਨੀਵੀਂ ਮੀਰਾ ਭਜੇ ਗੋਪਾਲਾ। ਨੀਵੀਂ ਮੀਰਾ ਭਜੇ ਗੋਪਾਲਾ, ਨੀਵੀਂ ਮੀਰਾ ਭਜੇ ਗੋਪਾਲਾ।
ਜਲ ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਨੀਵਿਆਂ ਨੂੰ ਰੱਬ ਮਿਲਦਾ। ਉਹ ਜੀ ਨੀਵਾ ਬਣਿਆ ਧਰੂ ਵਿਚਾਰਾ ਤੇ 5 ਸਾਲ ਦਾ ਉਹ ਸੀ ਤਾਰਾ, ਉਹ ਜੀ ਨੀਵਾ ਬਣਿਆ ਧਰੂ ਵਿਚਾਰਾ 5 ਸਾਲ ਦਾ ਉਹ ਸੀ ਸਾਰਾ, ਤੇ ਪਾਇਆ ਏ ਰਾਜ ਅਟਲ ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਵੇ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਨੀਵਿਆਂ ਨੂੰ ਰੱਬ ਮਿਲਦਾ, ਰੱਬ ਮਿਲਦਾ ਨੀਵਾ ਹੋ ਕੇ ਚੱਲ ਨੀਵਿਆਂ ਨੂੰ ਰੱਬ ਮਿਲਦਾ। ਸੰਸਾਰ ਮੰਡਲ ਤੋਂ ਦੁਰਕਾਈ ਹੋਈ, ਘਰੋਂ ਕੱਢੀ ਹੋਈ, ਜਾਤ ਦੀ ਵੀ ਨੀਵੀਂ, ਤੇ ਪਰਿਵਾਰ ਨੇ ਦਰਕਾਰ ਦਿੱਤੀ, ਸੰਸਾਰ ਨੇ ਦਰਕਾਰ ਦਿੱਤੀ, ਇਹ ਜੰਗਲ 'ਚ ਰਹਿਣ ਲੱਗੀ। ਕਥਾ ਇਹਦੀ ਆਈ ਹੈ, ਨਾਮ ਇਹਦਾ ਆਇਆ ਭੀਲਣੀ, ਕਿਤੇ ਸ਼ਬਰੀ ਵੀ ਆਖਿਆ ਜਾਂਦਾ ਹੈ। ਭੀਲ ਜਾਤ ਦੀ ਸੀ, ਨਾਮ ਇਹਦਾ ਸ਼ਬਰੀ ਸੀ। ਲੋਕੀ ਬਹੁਤਾ ਭੀਲਣੀ ਕਰਕੇ ਵੀ ਆਂਦੇ ਨੇ ਇਸ ਨੂੰ। ਸੰਸਾਰ ਮੰਡਲ ਤੋਂ ਦੂਰ ਆਈ ਤੇ ਦੇਖਿਆ ਇੱਕ ਜਲ ਦਾ ਸਰੋਤ ਹੈ, ਕੁੰਡ ਹੈ ਜਲ ਦਾ, ਉਹਦੇ ਨੇੜੇ ਇਹ ਰਾਤ ਲੱਗੀ ਕੱਟਣ ਵੀ ਚਲੋ ਇੱਥੇ ਕੋਈ ਸਵੇਰੇ ਕੱਖਾ ਕਾਨਿਆਂ ਨੂੰ ਇਕੱਠਿਆਂ ਕਰਕੇ ਤੇ ਕੁੱਲੀ ਬਣਾ ਲਵਾਂਗੀ। ਅੰਮ੍ਰਿਤ ਵੇਲਾ ਹੋਇਆ ਤੇ ਗੁਰਬਾਣੀ ਚ ਪਾਠ ਆਂਦਾ ਨਾ, ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮਿਲ ਰਾਮ ਪਿਆਰੇ। ਉਹ ਅੰਮ੍ਰਿਤ ਵੇਲਾ ਹੋਇਆ ਤੇ ਸੰਤਾਂ ਨੇ ਚਰਨਾਂ ਵਿੱਚ ਪਊਏ ਤੇ ਖੜਾਵਾਂ ਪਾਈਆਂ ਹੋਈਆਂ, ਤੇ ਠਪਾ ਠਪ ਦੀ ਆਵਾਜ਼, ਜਦੋਂ ਪਊਆਂ ਦੀ ਆਵਾਜ਼ ਆਈ, ਇਹ ਇੱਕਦਮ ਉੱਠੀ, ਇਹਨੂੰ ਲੱਗਾ ਵੀ ਸ਼ਾਇਦ ਕੋਈ ਲਸ਼ਕਰ ਜਾ ਰਿਹਾ ਹੈ ਰਾਜੇ ਦਾ, ਪਰ ਵੇਖਿਆ ਕਿ ਲਸ਼ਕਰ ਨਹੀਂ ਜਾ ਰਿਹਾ, ਇਹ ਤੇ ਮੇਰੇ ਰਾਮ ਦੇ ਪੁਜਾਰੀ ਜਾ ਰਹੇ ਨੇ, ਇਹ ਦੇਵ ਲੋਕ ਜਾ ਰਹੇ ਨੇ। ਇਹ ਸੰਤ ਮਹਾਤਮਾ ਦਾ ਦਰਸ਼ਨ ਹੋਇਆ ਸਵੇਰੇ ਸਵੇਰੇ। ਸਵੇਰੇ ਜਦੋਂ ਦਰਸ਼ਨ ਹੋਇਆ, ਸੰਤ ਦਰਸ਼ਨ, ਤੇ ਗੁਰਬਾਣੀ ਚ ਆਂਦਾ ਪਾਠ, ਕਰਮਾਂ ਚ ਚੰਗੇ ਲੇਖ ਲਿਖੇ ਹੋਏ ਹੋਣ ਤਾਂ ਕਿਤੇ ਪੂਰਨ ਸੰਤ ਦਾ, ਪੂਰੇ ਸਤਿਗੁਰ ਦਾ ਦਰਸ਼ਨ ਹੁੰਦਾ ਹੈ। ਅੱਲਾ ਉਹ ਜੀ ਕਰਮ ਭਾਗ ਸੰਤਨ ਸੰਗਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ। ਉਹ ਕਰਮ ਭਾਗ ਸੰਤਨ ਸੰਗਾਨੇ, ਕਰਮ ਭਾਗ ਸੰਤਨ ਸੰਗਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ ਉਹ ਕਰਮ ਭਾਗ ਸੰਤਨ ਸੰਗਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ ਸੰਤਨ ਸੰਤਾਨੇ, ਕਰਮ ਭਾਗ। ਪੂਰਬਲੇ ਜਨਮਾਂ ਦੇ ਕੀਤੇ ਹੋਏ ਤਪ ਅੱਗੇ ਆ ਗਏ, ਸੰਤਾਂ ਦਾ ਸੰਗ ਹੋਇਆ, ਦਰਸ਼ਨ ਹੋਇਆ। ਸੰਤ ਇਸ਼ਨਾਨ ਕਰਕੇ ਆਪੋ ਆਪਣੇ ਜਲ ਦੀਆਂ ਗਾਗਰਾਂ ਭਰ ਕੇ ਸਿਰ ਤੇ ਚਾ ਕੇ ਤੇ ਤੁਰ ਪਏ। ਇਹ ਹੁਣ ਸ਼ਬਰੀ ਥੋੜੀ ਦੂਰੀ ਬਣਾ ਕੇ ਤੇ ਸੰਤਾਂ ਦੇ ਪਿੱਛੇ ਪਿੱਛੇ ਤੁਰੀ ਜਾਂਦੀ ਹੈ। ਦੂਰ ਗਈ ਤੇ ਕੀ ਵੇਖਿਆ, ਇੱਕ ਆਸ਼ਰਮ ਬਣਿਆ ਹੋਇਆ ਹੈ। ਆਸ਼ਰਮ ਵਿੱਚੋਂ ਸਾਰੇ ਸੰਤ ਆਏ ਸਨ। ਵਾਪਸ ਆ ਗਈ, ਆਂਦੀ ਮੇਰੇ ਕਰਮ ਜਾਗ ਪਏ ਨੇ। ਉਹ ਸੰਤਾਂ ਦਾ ਦਰਸ਼ਨ ਹੋਇਆ ਸਵੇਰੇ ਸਵੇਰੇ। ਮਨ ਚ ਵਿਚਾਰ ਕਰਦੀ ਹੈ ਭੀਲਣੀ ਕਿ ਅੱਜ ਤੈਨੂੰ ਸਵੇਰੇ ਦਰਸ਼ਨ ਹੋਇਆ, ਕੁਛ ਦਰਸ਼ਨ ਭੇਟ ਲੈ ਕੇ ਚੱਲ, ਕੀ ਕਰੇਂਗੀ ਭੇਟਾ। ਹੁਣ ਧਿਆਨ ਰੱਖਣਾ, ਸੰਸਾਰ ਮੰਡਲ ਦੀ ਮਾਇਆ ਇਹਦੇ ਕੋਲ ਹੈ ਨਹੀਂ, ਪਰ ਹਿਰਦੇ ਤੋਂ, ਦਿਲ ਤੋਂ ਇਹ ਬਾਦਸ਼ਾਹ ਹੈ, ਸ਼ਾਹੀ ਫਕੀਰੀ ਹੈ ਭੀਲਣੀ ਦੀ। ਇਸ ਨੇ ਕੀ ਕੀਤਾ, ਕੁਛ ਕੱਖਾਂ ਕਾਨਿਆਂ ਦੀ ਕੁੱਲੀ ਥੋੜੀ ਜਿਹੀ ਤਿਆਰ ਕੀਤੀ, ਇੱਕ ਲੱਕੜਾਂ ਦਾ ਬੋਝਾ ਤਿਆਰ ਕੀਤਾ। ਸੰਧਿਆ ਹੋ ਗਈ। ਤ੍ਰਿਕਾਲ ਸੰਧਿਆ ਕਰਨ ਤੋਂ ਸਾਧੂ ਸੰਤ ਮਹਾਤਮਾ
ਪੂਜਾ ਅਰਚਨਾ ਕਰਨ ਤੋਂ ਬਾਅਦ ਆਪਣੇ ਆਪਣੇ ਆਸਣਾ ਤੇ ਜਦੋਂ ਲੱਗੇ ਬਿਰਾਜਣ, ਇਹ ਗਈ ਅਡੋ ਲਈ ਜਾ ਕੇ ਵਿਹੜੇ ਦੇ ਵਿੱਚ, ਪ੍ਰਾਂਗਣ ਦੇ ਵਿੱਚ ਜਾ ਕੇ ਉਹ ਲੱਕੜੀਆਂ ਦਾ ਬੋਝਾ ਧਰਿਆਈ ਦਰਸ਼ਨ ਭੇਟ। ਸਵੇਰੇ ਲਾਂਗਰੀ ਨੇ ਦੇਖਿਆ ਵੀ ਕੋਈ ਸੰਤ ਲੈ ਕੇ ਆਏ ਹੋਣੇ ਬੋਝਾ, ਤੇ ਬੋਝਾ ਲੈ ਗਿਆ, ਜਾ ਕੇ ਲੰਗਰ ਤਿਆਰ ਹੋ ਗਿਆ। 1 ਦਿਨ 2 ਦਿਨ ਕਰਦੇ, ਕਈ ਦਿਨ ਇਸੇ ਤਰੀਕੇ ਚੱਲਦਾ ਰਿਹਾ। ਇੱਕ ਮਹਾਤਮਾ ਅੱਜ ਪ੍ਰਾਣਾਯਾਮ ਦੀ ਵਿਧੀ ਅਨੁਸਾਰ ਯੋਗ ਵਿਦਿਆ ਦੇ ਨਾਲ ਜਦੋਂ ਲੱਗੇ ਨਾ ਆਪਣੇ ਸਵਾਸ ਦਸਮ ਦਵਾਰ ਤੇ ਲੈ ਕੇ ਜਾਣ, ਤੇ ਉੱਥੇ ਰੁਕਾਵਟ ਆ ਰਹੀ ਹੈ। ਭਜਨ ਕਰਦਿਆਂ ਕਰਦਿਆਂ ਜਿੱਥੇ ਸੁਰਤ ਪਹੁੰਚਦੀ ਸੀ, ਅੱਜ ਉੱਥੇ ਸੁਰਤੀ ਨਹੀਂ ਪਹੁੰਚਦੀ। ਆਪਣੇ ਗੁਰਦੇਵ ਦੇ ਕੋਲ ਗਏ। ਇਸ ਆਸ਼ਰਮ ਦੇ ਵੱਡੇ ਮਠਾਧੀਸ਼ ਸਨ ਮਤੰਗ ਰਿਸ਼ੀ ਜੀ। ਜਾ ਪ੍ਰਣਾਮ ਕੀਤਾ, ਮਹਾਰਾਜ ਇਹ ਗੁਰਦੇਵ ਕਿਰਪਾ ਕਰੋ, ਮੇਰੀ ਸੁਰਤੀ ਨਹੀਂ ਲੱਗਦੀ। ਭਜਨ ਕਰਨ ਲੱਗਿਆ ਹੁਣ ਮਨ ਦੀ ਸਥਿਰਤਾ ਨਹੀਂ ਹੋ ਰਹੀ। ਮਤੰਗ ਰਿਸ਼ੀ ਜੀ ਕਹਿਣ ਲੱਗੇ ਬੇਟਾ ਸਾਹਮਣੇ ਬੈਠ। ਮਤੰਗ ਰਿਸ਼ੀ ਜੀ ਨੇ ਨੇਤਰ ਬੰਦ ਕੀਤੇ। ਸਾਰੀ ਉਹ ਜੋ ਕਾਰਨ ਬਣਿਆ ਸੀ ਨਾ, ਕਾਰਨ ਪਤਾ ਲੱਗ ਗਿਆ। ਲਾਂਗਰੀ ਨੂੰ ਸੱਦਿਆ ਜਾਏ। ਲਾਂਗਰੀ ਆ ਗਿਆ। ਹਾਂਜੀ ਮਹਾਰਾਜ ਆਗਿਆ ਕੀ ਦੀਏ? ਰੋਜ਼ ਲੱਕੜਾਂ ਕੌਣ ਲੈ ਕੇ ਆਂਦਾ? ਆਂਦਾ ਮਹਾਰਾਜ ਕੋਈ ਨਹੀਂ ਪਤਾ, ਮੈਂ ਸਵੇਰੇ ਉੱਠਣਾ ਇਸ਼ਨਾਨ ਕਰਕੇ ਤੇ ਜਦੋਂ ਮੈਂ ਦੇਖਦਾ ਉੱਥੇ ਲੱਕੜਾਂ ਦਾ ਬੋਝਾ ਪਿਆ ਹੁੰਦਾ, ਮੈਂ ਲੰਗਰ ਤਿਆਰ ਕਰ ਦਿੰਦਾ। ਮਤੰਗ ਰਿਸ਼ੀ ਜੀ ਆਖਣ ਲੱਗੇ ਅੱਜ ਪਹਿਰਾ ਕੀਤਾ ਜਾਵੇ, ਦੇਖੋ ਕੌਣ ਇਹ ਕਰਮ ਕਰਦਾ ਹੈ। ਰਾਤ ਇਹ ਸ਼ਬਰੀ ਫੜੀ ਗਈ। ਸੰਤਾਂ ਦੇ ਕੋਲ ਮਤੰਗ ਰਿਸ਼ੀ ਜੀ ਦੇ ਕੋਲ ਲੈ ਕੇ ਆਏ। ਧਿਆਨ ਰੱਖਣਾ, ਸੰਤਾਂ ਨੇ ਵੀ ਜਦੋਂ ਇਸ ਦਾ ਰੂਪ ਰੇਖਾ ਦੇਖੀ, ਇਹਦਾ ਚਿਹਰਾ ਮੋਹਰਾ ਦੇਖਿਆ, ਤੇ ਇਹਨਾਂ ਨੇ ਘ੍ਰਿਣਾ ਕੀਤੀ। ਮਤੰਗ ਰਿਸ਼ੀ ਜੀ ਦੇ ਕੋਲ ਆਈ, ਇਸ ਨੇ ਸੰਤ ਦਰਸ਼ਨ ਕੀਤਾ, ਪ੍ਰਣਾਮ ਕੀਤਾ, ਡੰਡੌਤ ਕੀਤੀ। ਮਤੰਗ ਰਿਸ਼ੀ ਜੀ ਨੇ ਪੁੱਛਿਆ ਬੇਟਾ ਇਹ ਜੋ ਤੂੰ ਸੇਵਾ ਕਰਦੀ ਹੈ, ਇਸ ਸੇਵਾ ਦੇ ਪਿੱਛੇ ਤੇਰਾ ਮਨੋਰਥ ਕੀ ਹੈ? ਆਂਦੀ ਮਹਾਰਾਜ ਮਨੋਰਥ ਕੋਈ ਨਹੀਂ, ਵੱਡਾ ਇਹ ਗੱਲ ਹੈ ਕਿ ਮੇਰੇ ਕਰਮਾਂ ਦੇ ਭਾਗ ਚੰਗੇ, ਮੈਨੂੰ ਸੰਤ ਦਰਸ਼ਨ ਹੁੰਦਾ ਸਵੇਰੇ ਸਵੇਰੇ। ਹੋਰ ਕੁਝ ਮੇਰੇ ਕੋਲ ਭੇਟਾ ਰੱਖਣ ਵਾਸਤੇ ਹੈ ਨਹੀਂ, ਤੇ ਮੈਂ ਲੱਕੜਾਂ ਚੁਣ ਕੇ ਜੰਗਲ ਚੋਂ ਲੈ ਕੇ ਆ ਕੇ ਤੇ ਭੇਟਾ ਰੱਖਣੀ ਹੈ। ਮਤੰਗ ਰਿਸ਼ੀ ਜੀ ਇਸ ਸੇਵਾ ਤੋਂ ਬੜੇ ਪ੍ਰਸੰਨ ਹੋਏ। ਨਿਸ਼ਕਾਮ ਭਾਵ ਦੀ ਸੇਵਨਾ ਸੀ ਨਾ, ਕੋਈ ਕਾਮਨਾ ਨਹੀਂ ਸੀ। ਮਤੰਗ ਰਿਸ਼ੀ ਜੀ ਆਖਣ ਲੱਗੇ ਬੇਟੀ ਆ ਫਿਰ ਤੈਨੂੰ ਮੈਂ ਅੱਜ ਉਹ ਚੀਜ਼ ਦੇਵਾਂ ਜੋ ਤੈਨੂੰ ਤੇਰੇ ਰਾਮ ਦੇ ਨਾਲ ਮਿਲਾਪ ਕਰਾਏਗੀ। ਮਤੰਗ ਰਿਸ਼ੀ ਜੀ ਨੇ ਕੰਨ ਦੇ ਵਿੱਚ ਗੁਰਮੰਤਰ ਦੇ ਦਿੱਤਾ ਤੇ ਆਖਿਆ ਤੇਰਾ ਨਾਂ ਕੀ ਹੈ? ਆਂਦੀ ਜੀ ਨਾਂ ਮੇਰਾ ਸ਼ਬਰੀ ਹੈ, ਮੈਂ ਭੀਲਾਂ ਦੇ ਘਰ ਦੀ ਰਹਿਣ ਵਾਲੀ, ਭੀਲਾਂ ਦੇ ਘਰ 'ਚ ਮੇਰਾ ਜਨਮ ਹੋਇਆ, ਲੋਕੀ ਮੈਨੂੰ ਭੀਲਣੀ ਕਰੂਪਣੀ ਆਂਦੇ ਨੇ। ਆਂਦੇ ਜਿਹੜੇ ਲੋਕੀ ਤੈਨੂੰ ਕਰੂਪਣੀ ਆਂਦੇ ਨੇ ਉਹ ਤੈਨੂੰ ਤੇਰੇ ਸਰੂਪ ਦੀ ਚਰਚਾ ਕਰਿਆ ਕਰਨਗੇ, ਤੂੰ ਨਾਮ ਜਪ ਕੇ ਸੋਹਣੀ ਹੋ ਜਾਵੇਂਗੀ। ਗੁਰਬਾਣੀ 'ਚ ਇੱਕ ਥਾਂ ਪਾਠ ਆਇਆ, ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹ। ਸ਼ਾਹ ਦੁਨੀਆ ਦੇ ਸ਼ਾਹਾਂ ਦੀ ਕਿਤੇ ਗੱਲ ਨਹੀਂ ਆਈ, ਪਰ ਜਿਹਨੇ ਨਾਮ ਦਾ ਵਪਾਰ ਕੀਤਾ ਨਾ ਉਹਦੀ ਗੱਲ ਗੁਰਬਾਣੀ 'ਚ ਵੀ ਆਈ ਹੈ। ਮਤੰਗ ਰਿਸ਼ੀ ਜੀ ਆਖਣ ਲੱਗੇ ਬੇਟੀ ਹੁਣ ਤੂੰ ਚਿੰਤਾ ਨਾ ਕਰ, ਜਿਹੜੇ ਵੇਲੇ ਤੂੰ ਕਰੇ ਚਿਤ ਆਇਆ ਕਰ, ਪ੍ਰਸਾਦ ਪਾਣੀ ਲੰਗਰ ਚੋਂ ਛਕ, ਤੇ ਨਾਲੇ ਆਪਣੀ ਸੇਵਾ ਕਰਿਆ ਕਰ। ਹੁਣੇ ਝਾੜੂ ਬਹਾਰੀ ਵੀ ਕਰਦੀ ਹੈ, ਤੇ ਨਾਲੇ ਸਿਮਰਨ ਕਰਦੀ ਹੈ, ਤੇ ਨਾਲੇ ਸੇਵਾ ਕਰਦੀ ਹੈ। ਮਤੰਗ ਰਿਸ਼ੀ ਜੀ ਇਹਦੀ ਸੇਵਾ ਤੋਂ ਇਤਨੇ ਪ੍ਰਸੰਨ ਹੋਏ ਤੇ ਆਖਣ ਲੱਗੇ ਬੇਟਾ ਇੱਕ ਦਿਨ ਉਹ ਸਮਾਂ ਆਵੇਗਾ, ਤ੍ਰੇਤਾ ਦੇ ਅਵਤਾਰ ਰਘੂਕੁਲ ਨੰਦਨ ਸ਼੍ਰੀ ਰਾਮ ਇਹਨਾਂ ਵਣਾਂ ਵਿੱਚ ਦਰਸ਼ਨ ਦੇਣ ਆਣਗੇ, ਅਨੇਕਾਂ ਜੀਆਂ ਦਾ ਉਧਾਰ ਕਰਨ ਆਣਗੇ। ਤੇ ਬੇਟੀ ਮੈਂ ਤੇਰੀ ਸੇਵਾ ਤੋਂ, ਤੇਰੇ ਸਿਮਰਨ ਤੋਂ ਪ੍ਰਸੰਨ ਹੋ ਕੇ ਅੱਜ ਤੈਨੂੰ ਵਰ ਦਿੰਨਾ ਹੈ ਕਿ ਭਗਵਾਨ ਆਸ਼ਰਮ ਚ ਬਾਅਦ ਚ ਆਣਗੇ, ਪਹਿਲਾਂ ਤੇਰੀ ਕੁੱਟੀਆਂ ਨੂੰ ਭਗਵਾਨ ਪਾਗ ਲਾਣਗੇ। ਸਤ ਸੰਗਿਓ ਸਮਾਂ ਬਣਿਆ, ਮਤੰਗ ਰਿਸ਼ੀ ਜੀ ਜੋਤੀ ਜੋਤ ਸਮਾ ਗਏ। ਹੁਣ ਆਸ਼ਰਮ ਵਾਲਿਆਂ ਨੇ ਭੀਲਣੀ ਨੂੰ ਆਖਿਆ ਵੀ ਤੂੰ ਹੁਣ ਆਸ਼ਰਮ ਚ ਨਾ ਆਇਆ ਕਰ। ਸਤ ਬਚਨ ਆਸ਼ਰਮ ਆਣਾ ਜਾਣਾ ਬੰਦ ਹੋ ਗਈ, ਪਰ ਮਨ ਵਿੱਚ ਉਹ ਗੱਲ ਵੀ ਮੇਰੇ ਗੁਰੂ ਦਾ ਕਿਹਾ ਹੋਇਆ ਝੂਠਾ ਨਹੀਂ ਹੋ ਸਕਦਾ। ਉਹ ਦਿਨ ਕਦੋਂ ਆਵੇਗਾ ਜਦੋਂ ਮੇਰੇ ਰਾਮ ਦਾ ਮੈਨੂੰ ਦਰਸ਼ਨ ਹੋਣਾ। ਅੱਜ ਚਹਿਲ ਪਹਿਲ ਦਿਸੀ, ਆਰਤੀ ਦਾ ਥਾਲ ਸਜਾਇਆ ਹੋਇਆ, ਸਾਧੂ ਸੰਤ ਮਹਾਤਮਾ ਪੰਪਾਸਰ ਤੋਂ ਬੜੀ ਦੂਰ ਅਗਲਵਾਂਡੀ ਲੈਣ ਗਏ ਨੇ। ਭਗਵਾਨ ਨੂੰ ਪਤਾ ਲੱਗ ਗਿਆ। ਇੱਕ ਬਜ਼ੁਰਗ ਮਹਾਤਮਾ ਆਂਦੇ ਨੇ ਮੈਨੂੰ ਵੀ ਨਾਲ ਲੈ ਚਲੋ, ਉਹ ਮੈਂ ਵੀ ਰਘੂਕੁਲ ਨੰਦਨ ਦਾ ਦਰਸ਼ਨ ਕਰਨਾ ਹੈ। ਇਹ ਭੀਲਣੀ ਨੂੰ ਜਦੋਂ ਪਤਾ ਲੱਗਾ ਤੇ ਭੀਲਣੀ ਮਨ ਚ ਸੋਚਦੀ ਹੈ, ਇਹ ਭੀਲਣੀਏ
ਤੂੰ ਜਾਤ ਦੀ ਬੜੀ ਨੀਵੀਂ ਹੈ, ਪਰ ਤੇਰੇ ਗੁਰੂ ਦਾ ਬਚਨ ਬੜਾ ਵੱਡਾ ਹੈ, ਤੂੰ ਸਿਮਰਨ ਕਰ। ਇਸ ਨੇ ਫਿਰ ਕੀ ਕੀਤਾ, ਜਿਹੜੇ ਇਹਦੇ ਕੁੱਟੀਆਂ ਨੂੰ ਰਾਹ ਆਂਦਾ ਸੀ ਨਾ, ਉਹ ਰਸਤਾ ਬੁਹਾਰੀ ਦੇ ਕੇ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਤੇ ਮਹਾਤਮਾ ਕੀ ਆਂਦੇ ਨੇ, ਉਹ ਜੀ ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਮੈਂ ਰਸਤੇ ਕਰਦੀ ਸਾਫ਼ ਰਾਮ ਕਰ ਆਵਣਗੇ ਮੇਰੇ, ਉਹ ਆਵਣਗੇ ਮੇਰੇ ਰਾਮ ਕਰ ਆਵਣਗੇ ਮੇਰੇ, 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 ਮੈਂ ਰਸਤੇ ਕਰਦੀ ਸਾਫ਼ 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 ਰਾਮ ਕਰ ਆਵਣਗੇ ਮੇਰੇ। ਭਗਵਾਨ ਆਏ ਲਕਸ਼ਮਣ ਜੀ ਨਾਲ ਨੇ। ਇਹ ਕੁਟਿਆ ਦੇ ਆਉਣ ਵਾਲੇ ਰਸਤੇ ਨੂੰ ਸਾਫ਼ ਕਰਕੇ, ਕੱਖਾਂ ਦੀ ਕੁੱਲੀ ਸੀ, ਦਰਵਾਜ਼ਾ ਭੇੜ ਕੇ ਅੰਦਰ ਕੁਸ਼ਾ ਦਾ ਆਸਣ ਵਿਛਾਇਆ ਤੇ ਭਗਵਾਨ ਵਾਸਤੇ ਮਲਿਆਂ ਦੇ ਬੇਰ ਹੁੰਦੇ ਨੇ, ਉਹ ਬੇਰੀ ਜਿਹੜੀ ਹੁੰਦੀ ਸੀ ਵਧੀਆ ਮਿੱਠੀ ਬੇਰੀ ਜਿਹੜੀ ਸੀ, ਉਹਦੇ ਬੇਰ ਚੁਣ ਕੇ ਭਗਵਾਨ ਵਾਸਤੇ ਇੱਕ ਟੋਕਰੀ ਚ ਪਾ ਕੇ ਰੱਖੇ, ਭੋਗ ਤਿਆਰ ਕਰਕੇ ਰੱਖਿਆ। ਭਗਵਾਨ ਜਦੋਂ ਇੱਥੇ ਪੁੱਜੇ ਨਾ ਤੇ ਸਾਧੂ ਅੱਗੇ ਨੂੰ ਲੈ ਕੇ ਜਾਣ, ਭਗਵਾਨ ਆਖਣ ਲੱਗੇ ਮੈਨੂੰ ਇਧਰੋਂ ਪ੍ਰੇਮ ਦੀ ਸੱਦ ਪਈ ਆਉਂਦੀ ਹੈ। ਤੇ ਸੰਤ ਆਖਣ ਲੱਗੇ ਮਹਾਰਾਜ ਜਾਤ ਦੀ ਵੀ ਨੀਵੀਂ ਹੈ ਤੇ ਬੜੀ ਕਰੂਪਣੀ ਹੈ। ਭਗਵਾਨ ਆਖਣ ਲੱਗੇ ਤੁਹਾਡੇ ਵਾਸਤੇ ਜਾਤ ਦੀ ਨੀਵੀਂ ਵੀ ਹੋਏਗੀ, ਕਰੂਪਣੀ ਵੀ ਹੋਏਗੀ, ਪਰ ਮੈਨੂੰ ਤੇ ਬੜੀ ਸਰੂਪਣੀ ਜਾਪਦੀ ਹੈ, ਮੈਨੂੰ ਤਾਂ ਬੜੇ ਵੱਡੇ ਕੁਲ ਦੀ ਜਾਪਦੀ ਹੈ। ਭਗਵਾਨ ਗਏ, ਕੁਟਿਆ ਦਾ ਦਰਵਾਜ਼ਾ ਬੰਦ ਹੈ ਤੇ ਭਗਵਾਨ ਨੇ ਪ੍ਰੇਮ ਦੇ ਨਾਲ ਆਵਾਜ਼ ਮਾਰੀ, ਸ਼ਬਰੀ ਦਰਵਾਜ਼ਾ ਖੋਲ। ਹੁਣ ਸ਼ਬਰੀ ਅੰਦਰ ਭਗਵਾਨ ਨੂੰ ਪ੍ਰੇਮ ਦੀ ਅੱਖਾਂ ਦੇ ਨਾਲ ਭਗਵਾਨ ਦਾ ਦੀਦਾਰ ਕਰਦੀ ਹੈ। ਅੰਦਰ ਰਾਮ ਵਸਿਆ ਹੋਇਆ, ਪਤਾ ਨਹੀਂ ਲੱਗ ਰਿਹਾ ਮੇਰੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਬਾਹਰੋਂ ਆਵਾਜ਼ ਆ ਰਹੀ ਹੈ। ਲਕਸ਼ਮਣ ਜਤੀ ਜੀ ਬੜਾ ਜੱਤ ਸੱਤ ਦਾ ਅਭਿਮਾਨੀ, ਲਕਸ਼ਮਣ ਆਖਣ ਲੱਗਾ ਭਗਵਾਨ ਇਹ ਅੱਖਾਂ ਦੀ ਕੁੱਲੀ ਆ, ਮੈਨੂੰ ਆਖੋ ਮੈਂ ਫੂਕ ਮਾਰਾਂ ਤੇ ਉੱਡ ਜਾਵੇ ਪਤਾ ਨਹੀਂ ਕਿਹੜੇ ਲੋਕ ਨੂੰ। ਤੇ ਰਾਮ ਜੀ ਆਂਦੇ ਨੇ ਉਹ ਲਕਸ਼ਮਣ ਆਪਣੇ ਜੱਤ ਸੱਤ ਦਾ ਅਭਿਮਾਨ ਨਾ ਕਰ, ਅੰਦਰ ਇੱਕ ਸੰਤ ਬੈਠਾ ਹੋਇਆ ਤੇ ਜਿੱਥੇ ਸੰਤ ਬੈਠਾ ਹੁੰਦਾ ਨਾ ਉਹਦੀਆਂ ਨੀਆਂ ਪਤਾਲ ਵਿੱਚ ਲੱਗੀਆਂ ਹੁੰਦੀਆਂ ਨੇ ਉਸ ਕੁੱਲੀ ਦੀਆਂ। ਸਤ ਸੰਗਿਓ ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਦੇਖਦੇ ਹੋ ਨਾ ਤੇ ਬੜੀਆਂ ਗਹਿਰੀਆਂ ਨੀਆਂ ਖੋਦੀਆਂ ਜਾਂਦੀਆਂ ਨੇ। ਮਨੀਕਰਨ ਗੁਰਦੁਆਰਾ ਬਣਿਆ ਹੋਇਆ ਹੈ, ਸੰਤ ਨਰੈਣ ਹਰੀ ਜੀ ਨਿਰਮਲੇ ਜਿਨ੍ਹਾਂ ਨੇ ਇਹ ਡੇਰੇ ਦਾ ਗੁਰਦੁਆਰੇ ਦਾ ਨਿਰਮਾਣ ਕੀਤਾ। ਹਿਮਾਚਲ ਸਰਕਾਰ ਨੇ ਇੱਥੇ ਇੱਕ ਪਾਰਬਤੀ ਗੈਸਟ ਹਾਊਸ ਬਣਾਇਆ ਸੀ, ਬੜੀਆਂ ਗਹਿਰੀਆਂ ਨੀਵਾਂ ਉਹਦੀਆਂ ਨੀਆਂ ਬਣਾਈਆਂ ਗਈਆਂ, ਦਰਿਆ ਤੋਂ ਬੜਾ ਹਟਵਾ ਸੀ। ਜਿੱਦਣ ਉਹਦਾ ਉਦਘਾਟਨ ਹੋਣਾ ਸੀ ਨਾ 5 ਕਮਰੇ ਉਸੇ ਦਿਨ ਢਹਿ ਢੇਰੀ ਹੋ ਗਏ। ਪਰ ਸੰਤਾਂ ਨੇ ਇਹ ਜਿਹੜਾ ਗੁਰਦੁਆਰਾ ਬਣਿਆ ਹੋਇਆ, ਅੱਧਾ ਗੁਰਦੁਆਰਾ ਦਰਿਆ ਦੇ ਵਿੱਚ ਹੈ, ਸਿੰਗਲ ਕੱਲੀ ਕੰਧ ਤੇ ਟਿਕਿਆ ਹੋਇਆ, ਸੁਧਾਰਨ ਮਸਾਲੇ ਦੇ ਨਾਲ ਮੈਂ ਨਾ ਨੀਆਂ 'ਚ ਰੱਖੀਆਂ ਨੇ ਨਾ ਉਹ ਸਾਰੀਆਂ ਪਤਾਲ 'ਚ ਸਾਰੀਆਂ ਨੀਆਂ ਨੇ ਨਾ ਸੰਤਾਂ ਦੀ। ਉਹ ਨੀਆਂ ਜਿਹੜੀਆਂ ਪਤਾਲ 'ਚ ਧਰੀਆਂ ਹੋਈਆਂ ਅੱਜ ਉਹ ਸ਼ਬਰੀ ਦੀਆਂ ਨੀਆਂ ਪਤਾਲ ਸਨ। ਭਗਵਾਨ ਆਖਣ ਲੱਗੇ ਲక్ష్మణ ਆਪਣੇ ਜੱਤ ਸੱਤ ਦਾ ਅਭਿਮਾਨ ਨਾ ਕਰ। ਭਗਵਾਨ ਨੇ ਜੋ ਤੀਸਰੀ ਆਵਾਜ਼ ਮਾਰੀ ਤੇ ਅੰਦਰ ਜਿਹੜੀ ਛਵੀ ਸੀ ਭਗਵਾਨ ਨੇ ਕੱਢੀ, ਦਰਸ਼ਨ ਹੋਇਆ ਭਗਵਾਨ ਦਾ, ਮਸਤਾਨੀ ਦੀਵਾਨੀ ਹੋ ਗਈ।
ਭਗਵਾਨ ਦਾ ਦਰਸ਼ਨ ਹੋਇਆ। ਮੈਂ ਅਰਜ਼ ਕੀਤੀ ਸੀ ਗਰੀਬੀ ਗਦਾ ਹਮਾਰੀ, ਜੇ ਗਰੀਬੀ ਇਸ ਤਰੀਕੇ ਦੀ ਹੋਵੇ ਨਾ ਤੇ ਪ੍ਰਭੂ ਪਿਆਰੇ ਦੀ ਪ੍ਰਾਪਤੀ ਹੋ ਜਾਂਦੀ ਹੈ, ਜੇ ਇਤਨੀ ਨਿਰਮਾਣਤਾ ਹੋਵੇ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਮਸਤਾਨੇ ਦੀਵਾਨੇ ਸਿੱਖ। ਸਮਾਂ ਅੱਜ ਉਹ ਬਣ ਗਿਆ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਗਏ ਨੇ। ਧਿਆਨ ਰੱਖਣਾ, ਮੈਂ ਆਪਣੇ ਦੀਵਾਨਾਂ 'ਚ ਅਨੇਕ ਵਾਰੀ ਇਹ ਅਰਜ਼ ਕਰਦਾ ਹੁੰਨਾ, ਪਤਾ ਨਹੀਂ ਅੱਜ ਜਿੱਥੇ ਸਤਿਗੁਰੂ ਰਾਮ ਸਿੰਘ ਸੱਚਾ ਪਾਤਸ਼ਾਹ ਦਰਸ਼ਨ ਦਿੰਦੇ ਨੇ, ਪਤਾ ਨਹੀਂ ਕਿਤਨੇ ਯੁਗਾਂ ਦੀ ਤਪੱਸਿਆ ਹੋਏਗੀ ਉਹਨਾਂ ਲੋਕਾਂ ਦੀ, ਜਿੱਥੇ ਅੱਜ ਸਤਿਗੁਰੂ ਰਾਮ ਸਿੰਘ ਜੀ ਦਰਸ਼ਨ ਦੇ ਰਹੇ ਨੇ। ਸਤ ਸੰਗਿਓ, ਸਮਾਂ ਆ ਗਿਆ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸ਼ਾਂਤ ਸਰੋਵਰ ਸਤਿਗੁਰੂ ਦਾ। ਇਤਨੇ ਨਿਰਮਾਣਤਾ ਦੇ ਪੁੰਜ, ਇਤਨੇ ਗਹਿਰ ਗੰਭੀਰ, ਤੁਰਿਆਂ ਤੁਰਿਆਂ ਜਾਂਦਿਆਂ ਜੇ ਕੋਈ ਬਚਨ ਕਰਦਾ ਸੀ ਨਾ ਤੇ ਪਊਏ ਵਿੱਚੋਂ ਆਪਣਾ ਚਰਨ ਕੱਢ ਕੇ ਤੇ ਗੂਠੇ ਦੇ ਨਾਲ ਧਰਤੀ ਪੁੱਟਣੀ ਸ਼ੁਰੂ ਕਰ ਦਿੰਦੇ ਸਨ। ਇਤਨੇ ਬੜੇ ਵਿਜੋਗੀ ਸਨ ਸਤਿਗੁਰੂ ਰਾਮ ਸਿੰਘ ਜੀ ਦੇ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ। ਜਿਤਨਾ ਵਿਜੋਗ, ਸਭ ਤੋਂ ਵੱਡਾ ਵਿਜੋਗ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਦਰ। ਸਤ ਸੰਗਿਓ, ਸਮਾਂ ਬਣਿਆ, ਮਾਘੀ ਦਾ ਮੇਲਾ ਲੱਗਾ ਮੁਕਤਸਰ। ਲੋਹਗੜ੍ਹ ਦਾ ਰਹਿਣ ਵਾਲਾ ਅਤਰ ਸਿੰਘ ਆਪਣੀ ਮਾਤਾ ਤੋਂ ਆਗਿਆ ਲਈ, ਮਾਂ ਮੈਂ ਮੇਲੇ ਦਰਸ਼ਨ ਕਰ ਆਵਾਂ ਮੁਕਤਸਰ। ਮਾਂ ਨੇ ਆਖਿਆ ਪੁੱਤਰ ਤੇਰਾ ਵੱਡਾ ਭਰਾ ਪਹਿਲਾਂ ਸ਼ਹੀਦ ਹੋ ਗਿਆ ਤੇ ਮੇਰੇ ਕੋਲ ਇਕਲੌਤਾ ਤੂੰ ਹੀ ਸਹਾਰਾ ਹੈ ਮੇਰੀ ਜ਼ਿੰਦਗੀ ਦਾ। ਤੇ ਇਸ ਵੇਲੇ ਜਿਤਨੇ ਸਿੱਖ ਨੇ ਉਹ ਸਤਿਗੁਰੂ ਰਾਮ ਸਿੰਘ ਨੂੰ ਸਤਿਗੁਰੂ ਨਹੀਂ ਮੰਨਦੇ ਤੇ ਸਾਨੂੰ ਸਿੱਖ ਨਹੀਂ ਮੰਨਦੇ, ਤੂੰ ਨਾ ਜਾ। ਮਾਤਾ ਜੀ ਮੈਂ ਕਿਹੜਾ ਉੱਥੇ ਕੁਝ ਚੱਕ ਕੇ ਲੈ ਕੇ ਆਣਾ, ਕੇਵਲ ਜਾ ਕੇ ਪ੍ਰਣਾਮ ਹੀ ਕਰਨਾ ਹੈ। ਇਹ ਅਤਰ ਸਿੰਘ ਨੇ ਇੱਕ ਹੱਥ ਗੜਵਾ, ਇੱਕ ਹੱਥ ਮਾਲਾ ਤੇ ਮੋਢੇ ਤੇ ਆਸਨ ਰੱਖਿਆ ਹੋਇਆ ਹੈ, ਗੁਰਮੁਖੀ ਦਸਤਾਰਾ ਹੈ ਤੇ ਵਧੀਆ ਚਿੱਟਾ ਸਫੈਦ ਪੋਸ਼ਾਕਾ ਪਾਇਆ ਹੋਇਆ, ਭਜਨ ਕਰਦਾ ਤੁਰਿਆ ਜਾਂਦਾ ਹੈ। ਜਦੋਂ ਜਾ ਕੇ ਦਰਵਾਜ਼ੇ ਤੇ ਪਹੁੰਚਿਆ ਮੁਕਤਸਰ ਸਾਹਿਬ ਤੇ ਅੱਗੇ ਉੱਥੇ ਦਰਬਾਨ ਖਲੋਤੇ ਸਨ ਇੱਕ ਨਿਹੰਗ ਸਿੰਘ ਜੀ। ਉਹਨਾਂ ਨੇ ਵੇਖਿਆ ਤੇ ਵੇਖਦੇ ਆਖਣ ਲੱਗੇ, ਓ ਤੂੰ ਗੁਰੂ ਰਾਮ ਸਿੰਘ ਦਾ ਸਿੱਖ ਹੈ? ਆਂਦਾ ਹਾਂ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਹਾਂ। ਤੇ ਅੱਗਿਓਂ ਉਸ ਨਿਹੰਗ ਸਿੰਘ ਨੇ ਆਖਿਆ ਤੁਸੀਂ ਤਾਂ ਕਲਾਮ ਪੜ੍ਹਦੇ ਹੋ, ਤੁਸੀਂ ਹਾਲ ਦਵਾਈ ਮਚਾ ਲੈਂਦੇ ਹੋ ਤੇ ਤੂੰ ਅੰਦਰ ਜਾ ਕੇ ਮੱਥਾ ਨਹੀਂ ਟੇਕ ਸਕਦਾ। ਅਤਰ ਸਿੰਘ ਨੇ ਫੇਰ ਨਿਰਮਾਣਤਾ ਵਿੱਚ ਆਖਿਆ ਮੈਨੂੰ ਜਾ ਲੈਣ ਦੇ, ਮੱਥਾ ਟੇਕਣਾ ਮੈਂ, ਪਰ ਨਹੀਂ ਜਾਣ ਦਿੱਤਾ। ਹੱਥ ਸਲੋਤਰ ਸੀ, ਸਲੋਤਰ ਮਾਰ ਕੇ ਅਤਰ ਸਿੰਘ ਦਾ ਸਿਰ ਪਾੜ ਦਿੱਤਾ। ਅਤਰ ਸਿੰਘ ਪਿੱਛੇ ਆ ਗਿਆ, ਵਾਪਸ ਪਰਤ ਕੇ ਆਇਆ ਘਰ, ਤਮਾਰਦਾਰੀ ਕੀਤੀ। ਕੁਝ ਸਮਾਂ ਬਤੀਤ ਹੋਇਆ, ਜਿੱਦਾਂ ਅੱਜ ਕੱਲ ਇੱਕ ਮਹਾਮਾਰੀ ਚੱਲੀ ਹੋਈ ਨਾ ਕਰੋਨਾ, ਉਦੋਂ ਇੱਕ ਬਿਮਾਰੀ ਚੱਲੀ ਸੀ ਜਿਸ ਨੂੰ ਆਂਦੇ ਸਨ ਡਾਕੀ। ਇਹ ਜਿਸ ਨੂੰ ਬਿਮਾਰੀ ਹੋ ਜਾਂਦੀ ਸੀ ਉਹ ਲਾ ਇਲਾਜ ਸੀ, ਉਹਦਾ ਇਲਾਜ ਨਹੀਂ ਸੀ ਕੋਈ, ਤੇ ਪਿੰਡੋਂ ਬਾਹਰ ਉਹਨੂੰ ਮੰਜਾ ਕੱਢ ਕੇ ਆ ਜਾਂਦੇ ਸਨ, ਉੱਥੇ ਹੀ ਤੜਪ ਕੇ ਮਰ ਜਾਂਦਾ ਸੀ। ਨਾ ਕੋਈ ਉਸ ਨੂੰ ਦਵਾ ਦਿੰਦਾ ਸੀ ਤੇ ਨਾ ਉਹਨੂੰ ਕੋਈ ਪਾਣੀ ਦਿੰਦਾ ਸੀ। ਨਿਹੰਗ ਸਿੰਘ ਹੋਰਾਂ ਨੂੰ ਉਹ ਬਿਮਾਰੀ ਹੋ ਗਈ। ਅਤਰ ਸਿੰਘ ਜੀ ਉਧਰੋਂ ਜਾ ਰਹੇ ਨੇ ਤੇ ਆਵਾਜ਼ ਆਈ, ਹਾਏ ਪਾਣੀ, ਉਹ ਮੈਨੂੰ ਕੋਈ ਪਾਣੀ ਪਿਆ ਦਿਓ। ਅਤਰ ਸਿੰਘ ਗਿਆ, ਜਾ ਕੇ ਵੇਖਿਆ ਨਿਹੰਗ ਸਿੰਘ ਤਾਂ ਉਹੀ ਹੋਈ ਆ ਜਿਹਨੇ ਸਲੋਤਰ ਮਾਰ ਕੇ ਮੇਰਾ ਸਿਰ ਪਾੜਿਆ ਸੀ। ਤੇ ਮਨ ਵਿੱਚ ਸੰਕਲਪ ਤੇ ਵਿਕਲਪ ਜਾਗਦੇ ਨੇ। ਸੰਕਲਪ ਹੁੰਦੇ ਨੇ ਸ਼ੁਭ ਵਿਚਾਰ, ਵਿਕਲਪ ਹੁੰਦੇ ਨੇ ਮੰਦੇ ਵਿਚਾਰ। ਵਿਕਲਪ ਜਾਗ ਪਿਆ, ਆਖਿਆ ਵਿਕਲਪ ਨੇ ਮਨ ਨੇ, ਉਹ ਤਰਸਿਆ ਇਹ ਉਹੀ ਆ ਜਿਹਨੇ ਤੇਰਾ ਸਿਰ ਪਾੜਿਆ ਸੀ। ਪਰ ਸੰਕਲਪ ਨਾਲ ਜਾਗਿਆ। ਸੰਕਲਪ ਆਂਦਾ ਹੈ, ਉਹ ਅਤਰਸਿਆ ਜੇ ਅੱਜ ਤੂੰ ਇਸ ਨੂੰ ਪਾਣੀ ਨਾ ਪਿਆਲਿਆ ਤੇ ਤੈਨੂੰ ਸਤਿਗੁਰੂ ਰਾਮ ਸਿੰਘ ਨੇ ਨਹੀਂ ਬਖਸ਼ਣਾ। ਅਸੀਂ ਹੁਕਮਨਾਮਿਆਂ 'ਚ ਪੜ੍ਹਦੇ ਨਾ, ਖਿਮਾ ਧੀਰਜ ਰੱਖਣ ਵਾਲੇ ਦੇ ਗੁਰੂ ਸਦਾ ਅੰਗ ਸੰਗ ਹੁੰਦਾ ਹੈ। ਤੇ ਸਤਸੰਗਿਓ, ਅਤਰ ਸਿੰਘ ਨੇ ਜਲ ਵੀ ਛਕਾਇਆ, ਨਾਲ ਲੈ ਕੇ ਨਿਹੰਗ ਸਿੰਘ ਜੀ ਨੂੰ ਘਰ ਆ ਗਏ, ਤਮਾਰਦਾਰੀ ਕੀਤੀ, ਅੱਖੀਆਂ ਉਗੜੀਆਂ, ਸੁਰਤ ਆਈ ਤੇ ਜਦੋਂ ਵੇਖਿਆ ਇਹ ਗੁਰੂ ਰਾਮ ਸਿੰਘ ਦਾ ਸਿੱਖ ਸਾਹਮਣੇ ਖਲੋਤਾ ਹੋਇਆ ਤੇ ਨਿਹੰਗ ਸਿੰਘ ਜੀ ਦੇ ਨੇਤਰ ਸਜਲ ਹੋ ਗਏ। ਹੱਥ ਜੋੜ ਕੇ ਆਖਣ ਲੱਗੇ, ਉਹ ਸਿੱਖਾ, ਉਹ ਮੈਂ ਤੇਰੇ ਬਲਿਹਾਰੇ, ਤੇਰੇ ਗੁਰੂ ਦੇ ਵੀ ਬਲਿਹਾਰੇ। ਤੇ ਅਤਰ ਸਿੰਘ ਜੀ ਆਂਦੇ ਨੇ, ਨਿਹੰਗ ਸਿੰਘ ਜੀ ਉਹ ਮੇਰੇ ਕਾਹਦਾ ਬਲਿਹਾਰੇ, ਬਲਿਹਾਰੀ ਤਾਂ ਸਤਿਗੁਰੂ ਤੇ ਹੀ ਹੈ। ਨਿਹੰਗ ਸਿੰਘ ਜੀ ਆਖਣ ਲੱਗੇ, ਮੈਂ ਤੇਰੇ ਤੋਂ ਮਾਫੀ ਮੰਗਣੀ ਆ, ਮੈਂ ਬੜਾ ਵੱਡਾ ਪਾਪ ਕੀਤਾ ਤੇਰੇ ਨਾਲ।
ਤੂੰ ਇਤਨੀ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਮੈਨੂੰ ਆਖਿਆ ਸੀ, ਪਰ ਮੈਂ ਤੈਨੂੰ ਦਰਸ਼ਨ ਨਹੀਂ ਜੇ ਕਰਨ ਦਿੱਤਾ, ਸਲੋਤਰ ਮਾਰ ਕੇ ਤੇਰਾ ਸਿਰ ਪਾੜਿਆ ਸੀ। ਅਤਰ ਸਿੰਘ ਆਖਣ ਲੱਗਾ ਪਿਛਲੀਆਂ ਗੱਲਾਂ ਛੱਡ ਦਿਓ, ਕੋਈ ਗੱਲ ਨਹੀਂ। ਨਿਹੰਗ ਸਿੰਘ ਦੇ ਮਨ ਦੇ ਅੰਦਰ ਬਾਰ-ਬਾਰ ਗੱਲ ਆਉਂਦੀ, ਆਂਦਾ ਫਿਰ ਮੈਂ ਮਾਫੀ ਮੰਗਣੀ ਹੈ, ਕਿਸ ਤੋਂ ਮੰਗਾ? ਤੇ ਅਤਰ ਸਿੰਘ ਜੀ ਆਂਦੇ ਨੇ ਜੇ ਮਾਫੀ ਮੰਗਣੀ ਹੈ ਤੇ ਚੱਲ ਮੇਰੇ ਨਾਲ ਸ੍ਰੀ ਭੈਣੀ ਸਾਹਿਬ, ਉਹ ਬਖਸ਼ਣ ਵਾਲਾ ਭੈਣੀ ਸਾਹਿਬ ਬੈਠਾ ਹੋਇਆ ਹੈ। ਸੰਤ ਜੀ ਨਿਹੰਗ ਸਿੰਘ ਜੀ ਤੇ ਸੰਤ ਅਤਰ ਸਿੰਘ ਜੀ ਇਹ ਹੁਣ ਤੁਰੇ ਆਂਦੇ ਨੇ ਤੇ ਜੋਟੀਆਂ ਦੀਆਂ ਧਾਰਨਾ ਪੜਦੇ ਪੜਦੇ ਅੱਪੜ ਗਏ ਸਤਿਗੁਰੂ ਜੀ ਦੇ ਪਾਸ। ਆ ਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦਾ ਨੂਰਾਨੀ ਦਰਸ਼ਨ ਕੀਤਾ। ਜਦੋਂ ਦਰਸ਼ਨ ਕੀਤਾ ਨਾ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦਾ, ਤੇ ਨਿਹੰਗ ਸਿੰਘ ਵੇਂਦਿਆਂ ਹੀ ਦੂਰੋਂ ਵੇਂਦਿਆਂ ਮਸਤਾਨੇ ਤੇ دیਵਾਨੇ ਹੋ ਗਏ। ਤੇ ਆਂਦੇ ਕੀ ਨੇ? ਹਾਂਜੀ ਜੋ ਗਿਆ ਸਤਿਗੁਰ ਕੇ ਦਰ पे ओ जी वो दीवाना हो गया, जो गया सतगुर दे दर पे वो दीवाना हो गया, जो गया सतगुर के दर पे। वो दीवाना हो गया, जो गया सतगुर के दर पे। वो दीवाना हो गया, जो गया सतगुर के दर पे। हो अकुल बिकुल भई गुर देखे हो लोट पोट होए पैया। ते निहंग सिंह जी मस्ताने दीवाने हो गए। सुरत संभाल आई ते गल विच पल्ला पा के ते निहंग सिंह जी आंदे ने गरीब नवाज मैं औगण हारा, मैनू बख्श लो। ते ध्यान रखना सतगुरु प्रताप सिंह सच्चे पातशाह दे उपदेशां विच आउंदा है सिख पैर पैर ते खिण खिण भुलदा है, पर जदों बख्शबंदी कराने वास्ते घरों तुरदा ही है ना, अरदास करके अज बख्शबंदी कराण चलना है, आंदे फिर गुरु ओनू उसे वेले बख्श छड्डदा है। ते सतगुरु हरि सिंह सच्चे पातशाह जी आंदे निहंग सिंह जी कोई गल नहीं, ओ तुसी अपने घर विच ही आए हो, कोई गल नहीं, सवेर दा भुल्ला शाम नू आ जाए तुहानू भुल्ला नहीं आंदे। ते निहंग सिंह जी आंदे ने फिर मेरे ते करो कृपा, ये जेड़ी दात तुसी अतर सिंह नू बख्शी है ना, ओ मैनू भी बख्श दिओ। ते निहंग सिंह जी सतगुरु हरि सिंह सच्चे पातशाह जी नू की आंदे ने? ओ जी मैनू नाम दी रंगण विच रंग के ओ जी अपना बना लै दातिया, नाम दी रंगण विच रंग के अपना बना लै दातिया। नाम दी रंगण विच रंग के अपना बना लै दातिया। नाम दी रंगण विच रंग के अपना बना लै दातिया। ओ नाम दी रंगण विच रंग के अपना बना लै दातिया। नाम दी रंगण विच रंग के अपना बना लै दातिया। नाम दी रंगण विच रंग के अपना बना लै दातिया। नाम दी रंगण विच रंग के अपना बना लै दातिया। सतगुरु हरि सिंह सच्चे पातशाह फिर कृपा कीती। नेड़ दे एक सिख नूं हुक्म होया निहंग सिंह जी दे कान विच गुरमंत्र दे दिओ। गुरमंत्र लै के ते ये जदों लगे ना अपना पोशाका बदलण, ते सतगुरु हरि सिंह सच्चे पातशाह जी आख्या पोशाका नहीं बदलण दी लोड़, ये जो बाणा धारण कीता बाणा इहो रखो ते मन नाम दे विच जोड़ लो। मैं अर्ज कीती सी गरीबी गदा हमारी, सतगुरु सच्चे पातशाह कृपा करन असी भी किते कहण जोग ना रह जाइए। सतगुरु उदय सिंह सच्चे पातशाह मेरे ते भी कृपा करन, ये मन करके निर्माणता आ जावे। साडा मन ते साडा भजन ते बाणी गुरु दे चरनां विच समर्पित होवे। सतगुरु जी साडे सारियां ते कृपा करन। एक बार गज के आखो धन श्री सतगुरु उदय सिंह सच्चे पातशाह, सत श्री अकाल। महंत दर्शन सिंह जी दिल्ली जिन्हों ने आप जी ਨੂੰ ਹੁਣੇ सतगुरु जी का जस सरवण करवाया, बहुत बहुत धन्यवाद। ਹੁਣ ਤੋਂ 40 ਮਿੰਟ ਦੇ ਲਈ